अस्सलाम वालेकुम जी। वालेकुम सलाम। ਜੀ ਬਜ਼ੁਰਗੋ ਕੀ ਨਾਂ ਤੁਹਾਡਾ? मेरा नाम जी मोहम्मद अमीन। ਅਮੀਨ ਸਾਹਿਬ ਤੁਸੀਂ ਕਿੱਥੋਂ ਆਏ ਹੋ? मैं जी मालम कलां जिला कसूर ਦੇ ਰਹਿਣ ਵਾਲਾ। ਜੀ ਅਮੀਨ ਸਾਹਿਬ ਇਸ ਤਰ੍ਹਾਂ ਹੈ ਕੀ ਮਰਜ਼ੀ ਸੀ ਤੁਹਾਨੂੰ? ਮੈਨੂੰ ਜਨਾਬ ਨਾ ਮੇਰੇ ਪਖਾਨੇ ਵਾਲੀ ਨਾਲੀ ਦੇ ਵਿੱਚ ਕੈਂਸਰ ਸੀ। ਕੈਂਸਰ ਸੀ। ਇਹ ਤੁਹਾਨੂੰ ਕਿੱਥੋਂ ਪਤਾ ਲੱਗਿਆ? ਮੈਂ ਜਨਾਬ ਜਨਾਹ ਹਸਪਤਾਲ, ਮੇਊ ਹਸਪਤਾਲ, ਘੁਰਕੀ ਹਸਪਤਾਲ ਤੇ ਇਮਰਾਨ ਖਾਨ ਦੇ ਹਸਪਤਾਲ ਸਾਰਿਆਂ 'ਚ ਗਿਆ ਤੇ ਸਾਰਿਆਂ ਮੈਨੂੰ ਅਨਮੋਲ 'ਚ ਵੀ ਗਿਆ। ਉਹਨਾਂ ਨੇ ਦੱਸਿਆ ਵੀ ਤੁਹਾਨੂੰ ਕੈਂਸਰ ਹੈ ਪਖਾਨੇ ਵਾਲੀ ਨਾਲੀ ਤੇ ਤਕਰੀਬਨ 1.5 ਪੌਣੇ 2 ਕਿਲੋ ਦਾ ਹੈ ਕੈਂਸਰ ਹੈ। ਕੈਂਸਰ ਹੈ। ਅੱਛਾ ਫਿਰ ਉਹਨਾਂ ਕੋਈ ਕੀਮੋ ਦਾ ਕਿਹਾ ਕੋਈ ਦਵਾਈ ਦਿੱਤੀ ਤੁਹਾਨੂੰ? ਉਹਨਾਂ ਮੈਨੂੰ ਜਨਾਬ ਇੱਕ ਦਵਾਈ ਲਿਖ ਕੇ ਦਿੱਤੀ ਜਿਹੜੀ ਮੈਂ ਇੱਕ ਡੱਬੀ ਖਾਧੀ, ਉਹ ਆਉਂਦੀ ਤਕਰੀਬਨ 46,000 ਰੁਪਏ ਦੀ। ਉਹਦੇ ਨਾਲ ਮੇਰੇ ਵਾਲ ਸਾਰੇ ਨਾ ਸਫੇਦ ਹੋ ਗਏ ਤੇ ਝੜਨ ਲੱਗ ਪਿਆ। ਮੈਂ ਫਿਰ ਨਾ ਘਰ ਆ ਗਿਆ। ਉਹਨਾਂ ਮੈਨੂੰ ਜਵਾਬ ਦੇ ਦਿੱਤਾ, ਉਹਨਾਂ ਆਖਿਆ ਤੈਨੂੰ ਜਿਹੜਾ ਨਾ ਜਾ ਕੇ ਕੋਈ ਦੁਆ ਦੂ ਕਰੋ, ਅੱਲਾ ਅੱਲਾ ਕਰੋ, ਸ਼ਾਇਦ ਅੱਲਾ ਤਾਲਾ ਬਚਾ ਦੇ, ਪਰ ਉਮੀਦ ਕੋਈ ਨਹੀਂ ਹੈ। ਫਿਰ ਤੁਸੀਂ ਇੱਥੋਂ ਦਮ ਦਾ ਤੁਹਾਨੂੰ ਇੱਥੇ ਸਾਡਾ ਐਡਰੈਸ ਤੱਕ ਕਿਵੇਂ ਪਤਾ ਚੱਲਿਆ? ਮੈਨੂੰ ਫਿਰ ਨਾ ਮੋਲਣ ਮਾਲ ਮੇਰੇ ਰਿਸ਼ਤੇਦਾਰ ਨੇ, ਉਹਨਾਂ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਨਾ ਵੱਡੀ ਕਦਲੂਈ ਦੇ ਨਾਲ ਇੱਕ ਬਸਤੀ ਹੈ ਵਜ਼ੀਰਪੁਰ, ਉੱਥੇ ਨਾ ਬਾਬੇ ਦੀ ਦਮ ਕਰਦੇ ਨੇ, ਤੁਸੀਂ ਉੱਥੇ ਜਾਓ। ਮੈਂ ਫਿਰ ਜਨਾਬ ਆਪਦੇ ਭਤੀਜੇ ਨੂੰ ਘੱਲਿਆ। ਮੈਂ ਚੱਲ ਨਹੀਂ ਸਕਦਾ, ਟੁਰ ਨਹੀਂ ਸਕਦਾ, ਬੋਲ ਨਹੀਂ ਸਕਦਾ। ਫਿਰ ਮੈਂ ਆਪਦੇ ਭਤੀਜੇ ਨੂੰ ਘੱਲਿਆ। ਉਹ ਬਾਬਾ ਮੋਹਸਨ ਸਾਹਿਬ ਕੋਲ ਆਏ। ਉਹਨਾਂ ਨੇ ਆਣ ਕੇ ਦੱਸਿਆ ਵੀ ਮੇਰਾ ਜੀ ਤਾਇਆ ਤੁਹਾਨੂੰ ਇਸ ਤਰ੍ਹਾਂ ਬਿਮਾਰ ਹੈ। ਉਹਨਾਂ ਫਿਰ ਉਹਨੂੰ ਚੈੱਕ ਕਰਕੇ ਉਹਨਾਂ ਆਖਿਆ ਵੀ ਉਹਦਾ ਤਾਂ ਅੱਗੇ ਆਪਰੇਸ਼ਨ ਹੋ ਚੁੱਕਿਆ, ਉਹਦਾ ਗੁਰਦਾ ਵੀ ਨਿਕਲਿਆ ਤੇ ਉਹਨੂੰ ਦੁਬਾਰਾ ਕੈਂਸਰ ਹੋ ਗਿਆ। ਤੇ ਮੈਨੂੰ ਫਿਰ ਜਨਾਬ ਇੱਥੇ ਮੈਂ ਆਇਆ। ਫਿਰ ਇਹਨਾਂ ਨੇ ਖਿਦਮਤ ਚ ਹਾਜ਼ਰ। ਅੱਛਾ ਬਜ਼ੁਰਗੋ ਫਿਰ ਤੁਸੀਂ ਕਿੰਨੇ ਦਮ ਕਰਵਾਏ ਨੇ ਇੱਥੇ? 31 ਦਮ ਕਰਵਾਏ ਨੇ ਤੇ ਮੈਨੂੰ ਬਿਲਕੁਲ ਜਨਾਬ ਬਾਬਿਆਂ ਨੇ ਦੱਸਿਆ ਵੀ ਤੇਰਾ ਇਸ ਵਕਤ 0 ਹੋ ਗਿਆ। ਅੱਛਾ ਜਦੋਂ 31 ਦਮ ਤੁਹਾਡੇ ਹੋ ਗਿਆ ਸੀ ਤੇ ਫਿਰ ਬਾਬਾ ਜੀ ਨੇ ਰਿਪੋਰਟ ਕੀਤੀ ਔਰ ਉਹਨਾਂ ਦੱਸਿਆ ਕਿ ਕੈਂਸਰ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਤੇ ਫਿਰ ਤੁਸੀਂ ਰਿਪੋਰਟ ਕਰਾਈ ਹੋਗੀ? ਹਾਂ ਫਿਰ ਮੈਂ ਜਨਾਬ ਜਨਾਹ ਹਸਪਤਾਲ ਗਿਆ। ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਯਾਰ ਮੇਰਾ ਨਾ ਥੈਲੀ ਲੱਗੀ ਪਖਾਨੇ ਵਾਲੀ, ਉਹ ਮੈਂ ਲਵਾਉਣੀ ਤੇ ਮੇਰਾ ਨਾ ਸਿਟੀ ਸਕੈਨ ਕਰੋ। ਉਹਨਾਂ ਸਿਟੀ ਸਕੈਨ ਕਰਕੇ ਤੇ ਬਾਬੇ ਨਾਲ ਜਿਵੇਂ 0 ਦੱਸਿਆ, ਉਹਨਾਂ ਮੈਨੂੰ ਦੱਸਿਆ ਵੀ 0 ਹੋ ਗਿਆ। ਫਿਰ ਉੱਥੇ ਲੇਡੀ ਡਾਕਟਰ ਜਿਹੜੀ ਆਪਰੇਸ਼ਨ ਕਰਦੀ, ਉਹਨੇ ਮੈਨੂੰ ਪੁੱਛਿਆ ਵੀ ਦਵਾਈ ਕਿੰਨੀ ਖਾਧੀ ਹੋ। ਮੈਂ ਉਹਨੂੰ ਕਹਿ ਬੈਠਾ ਵੀ ਮੈਂ ਦਵਾਈ ਨਹੀਂ ਖਾਧੀ, ਮੈਂ ਤਾਂ ਇਸ ਤਰ੍ਹਾਂ ਬਾਬੇ ਦੀ ਦੁਆ ਕਰਦੇ ਨੇ, ਅੱਲਾ ਅੱਲਾ ਕਰਦੇ ਨੇ, ਮੈਂ ਉਹਨਾਂ ਕੋਲ ਦਮ ਕਰਾਉਂਦਾ ਰਿਹਾ। ਉਹਨੇ ਮੈਨੂੰ ਬੜੀਆਂ ਝਿੜਕਾਂ ਦਿੱਤੀਆਂ। ਉਹਨੇ ਮੈਨੂੰ ਨਾ ਹਸਪਤਾਲ 'ਚੋਂ ਬਾਹਰ ਕੱਢ ਦੋ, ਦਫਾ ਆ ਜਾ ਕੇ ਦਵਾਈ ਖਾ। ਮੈਂ ਜਨਾਬ ਉੱਥੋਂ ਆ ਗਿਆ। ਫਿਰ ਆਣ ਕੇ ਮੈਂ ਦੁਬਾਰਾ ਫਿਰ ਬਾਬੇ ਨਾਲ ਕੋਲ ਦਮ ਕਰਾਉਂਦਾ ਰਿਹਾ। ਫਿਰ ਮੈਂ ਦੁਬਾਰਾ ਗਿਆ। ਮੈਂ ਜੀ ਹੁਣ ਮੈਂ 3 ਡੱਬੀਆਂ ਖਾ ਲਈਆਂ ਨੇ। ਫਿਰ ਉਹਨਾਂ ਮੇਰੀ ਰਿਪੋਰਟ ਕਰਕੇ ਤੇ ਫਿਰ ਉਹਨਾਂ ਮੇਰੀ ਉਹ ਪਖਾਨੇ ਵਾਲੀ ਥੈਲੀ ਲਾਈ ਹੈ। ਹੁਣ ਮਾਸ਼ਾਅੱਲਾ ਤੁਹਾਡੀ ਤਬੀਅਤ 'ਚ ਕੀ ਮਾਮਲਾਤ ਨੇ? ਖਾ ਪੀ ਰਹੇ ਹੋ? ਕੋਈ ਪਰੇਸ਼ਾਨੀ ਕੁਛ ਕਿਸੇ ਕਿਸਮ ਦਾ ਹੈ? ਨਾਜ਼ਰੀਨ ਤੁਸੀਂ ਦੱਸੋ। ਮੈਂ ਜਨਾਬ ਹਰ ਸ਼ੈ ਖਾਣਾ ਜੋ ਦੁਨੀਆ 'ਤੇ ਅੱਲਾਹ ਤਾਲਾ ਨੇ ਨਿਮਤ ਕੱਲੀ, ਮੈਂ ਹਰ ਨਿਮਤ ਖਾਣਾ ਔਰ ਬਿਲਕੁਲ ਮੈਨੂੰ ਸਹੀ ਹਜ਼ਮ ਹੁੰਦੀ। ਮੈਨੂੰ ਇਸ ਵਕਤ ਇਵੇਂ ਵੀ ਜਿਵੇਂ ਕੈਂਸਰ ਹੋਇਆ ਹੀ ਕਦੇ ਨਹੀਂ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਬਜ਼ੁਰਗੋ ਤੁਸੀਂ ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਸਾਡੇ ਨਾਜ਼ਰੀਨ ਨੂੰ ਤੁਸੀਂ ਆਪਣਾ ਨੰਬਰ ਬੋਲੋ ਸਕਰੀਨ ਦੇ ਵਿੱਚ। ਮੇਰਾ ਨੰਬਰ ਹੈਗਾ 0301 68 36 466। ਅੱਛਾ ਅਮੀਨ ਸਾਹਿਬ ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਇਹ ਸਾਡੇ ਬਜ਼ੁਰਗ ਨੇ, ਇੱਕ ਕਸੂਰ ਦਾ ਕੋਈ ਇਲਾਕਾ ਹੈ ਜੀ, ਉੱਥੋਂ ਤਸ਼ਰੀਫ ਲੈ ਕੇ ਆਏ ਸੀ ਔਰ ਇਹਨਾਂ ਨੂੰ ਕੈਂਸਰ ਸੀ। ਲਾਸਟ ਪੁਆਇੰਟ ਆਫ ਕੈਂਸਰ 7.5 cm ਆਖਰੀ ਸਟੇਜ 'ਤੇ। ਔਰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹਨਾਂ ਕਿਹਾ ਜੀ ਤੁਸੀਂ ਜਾਓ ਔਰ 2-4 ਦਿਨ ਹੈ ਨੇ, ਇਹਨਾਂ ਦੀ ਖਿਦਮਤ ਕਰੋ ਔਰ ਸਾਡੇ ਕੋਲ ਇਲਾਜ ਨਹੀਂ। ਫਿਰ ਇਹਨਾਂ ਨੂੰ ਪਤਾ ਚੱਲਿਆ ਦਮ ਕਰਵਾਏ ਮਾਸ਼ਾਅੱਲਾ 31 ਦਮ ਕਰਵਾਏ। ਉਸ ਤੋਂ ਬਾਅਦ ਫਿਰ ਰਿਪੋਰਟ ਕਰਵਾਈ, ਰਿਪੋਰਟ ਇਹਨਾਂ ਦੀ ਮਾਸ਼ਾਅੱਲਾ ਬਿਲਕੁਲ 0 ਹੈ। ਅੱਜ ਮਾਸ਼ਾਅੱਲਾ ਖਾ ਪੀ ਰਹੇ ਨੇ, ਚੱਲ ਫਿਰ ਰਹੇ ਨੇ, ਕੰਮ ਕਾਰ ਕਰ ਰਹੇ ਨੇ, ਮਾਸ਼ਾਅੱਲਾ ਬਿਲਕੁਲ ਠੀਕ ਨੇ। ਔਰ ਬਿਮਾਰ ਹੋਇਆ ਹੀ ਨਹੀਂ ਮਾਸ਼ਾਅੱਲਾ। ਔਰ ਮਰੀਜ਼ਾਂ ਨੂੰ ਵੀ ਇਹ ਜਿਹੜੇ ਕੋਈ ਬਿਮਾਰ ਨੇ, ਕੋਈ ਦੂਰ ਦਰਾਜ਼, ਉਹਨਾਂ ਨੂੰ ਵੀ ਇਹ ਲੈ ਕੇ ਖਿਦਮਤ ਖਲਕ ਕਰਦੇ ਪਏ ਨੇ। ਅੱਲਾ ਇਹਨਾਂ ਨੂੰ ਤੰਦਰੁਸਤੀ ਸਿਹਤ ਦੇਵੇ। ਔਰ ਮੇਰੀ ਲਾਸਟ 'ਤੇ ਇਹੋ ਹੀ ਅਰਜ਼ ਹੁੰਦੀ ਹੈ ਮਰੀਜ਼ਾਂ ਅੱਗੇ ਕਿ ਤੁਸੀਂ ਇੱਕ ਦਫਾ ਤਸ਼ਰੀਫ ਲੈ ਕੇ ਆਓ ਔਰ ਕੈਂਸਰ ਦੇ ਮਰੀਜ਼ ਘਰ ਨਾ ਰੱਖੋ। ਡਾਕਟਰ ਜਿਹਨੂੰ ਜਵਾਬ ਦੇ ਦਿੰਦਾ ਹੈ ਕਿ ਜੀ ਬਸ ਇਹਦੀ ਖਿਦਮਤ ਕਰੋ, ਇਹ ਉਹ ਨਹੀਂ। ਇੱਕ ਦਫਾ ਤਸ਼ਰੀਫ ਲਿਆਓ, ਅੱਲਾ ਕਰਮ ਫਰਮਾਏਗਾ ਇਨਸ਼ਾਅੱਲਾ। ਹਜ਼ਾਰਾਂ ਮਰੀਜ਼ ਇਸ ਟਾਈਮ ਸ਼ਿਫਾਯਾਬ ਹੋ ਚੁੱਕੇ ਨੇ ਔਰ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਅੱਛੇ ਤਰੀਕੇ ਨਾਲ। ਔਰ ਤੁਸੀਂ ਤਸ਼ਰੀਫ ਲੈ ਕੇ ਆਓ, ਇੱਕ ਦफ़ा आओ, आके चेक करो को मामलात, सारे मामला देखो। अल्लाह करम फरमाए, अल्लाह तंदुरुस्ती दे।